अस्सलाम वालेकुम, तुसीं वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਗੁਜਰਾਤ ਸ਼ਹਿਰ ਵਿੱਚ ਸਲਾਬੀ ਪਾਣੀ ਕਿਧਰੋਂ ਆਇਆ? ਇਹਦੇ ਉੱਤੇ ਵੱਖ-ਵੱਖ ਲੋਕਾਂ ਦੀ ਵੱਖਰੀ ਰਾਏ ਵੇ। ਪਰ ਗੁਜਰਾਤ ਸ਼ਹਿਰ ਵਿੱਚ ਸਲਾਬੀ ਪਾਣੀ ਨਿਕਲ ਕਿਉਂ ਨਹੀਂ ਰਿਹਾ, ਇਸ ਗੱਲ ਦਾ ਕਿਸੇ ਕੋਲ ਵੀ ਜਵਾਬ ਨਹੀਂ। ਇੱਥੇ ਤੱਕ ਕਿ ਗੁਜਰਾਤ ਦੀ ਬਿਊਰੋਕ੍ਰੇਸੀ ਵੀ ਇਸ ਗੱਲ ਦਾ ਜਵਾਬ ਹਫ਼ਤੇ ਤੋਂ ਲੋੜ ਰਹੀ ਹੈ। ਅੱਜ ਦੀ ਇਸ ਰਿਪੋਰਟ ਵਿੱਚ ਉਹ ਕੁਝ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿਸ ਉੱਤੇ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਸਾਡੇ ਨਾਲ ਰਹੀਓ, ਤੁਹਾਨੂੰ ਸਾਰੇ ਮਸਲੇ ਦੀ ਜੜ ਫੜਾਉਂਦੇ ਹਾਂ। ਗੁਜਰਾਤ ਜ਼ਿਲ੍ਹੇ ਦੀ ਸਾਰੀ ਬਿਊਰੋਕ੍ਰੇਸੀ ਇਸ ਵੇਲੇ ਪਾਣੀ ਵਿੱਚ ਡੁੱਬੀ ਹੋਈ ਹੈ। ਪੰਜਾਬ ਦੀ ਵਜ਼ੀਰ ਆਲਾ ਬੀਬੀ ਮਰੀਮ ਦੇ ਗੁਜਰਾਤ ਦੌਰੇ ਤੋਂ ਬਾਅਦ ਇੰਤਜ਼ਾਮੀਆਂ ਦੀਆਂ ਦੌੜਾਂ ਲੱਗੀਆਂ ਹੋਈਆਂ ਨੇ। ਗੁਜਰਾਤ ਦੇ ਅੰਦਰੂਨੀ ਮਹੱਲੇ, ਸੜਕਾਂ, ਗਲੀਆਂ ਤੇ ਪਾਣੀ ਤੋਂ ਤਕਰੀਬਨ ਸਖਣੇ ਹੋ ਚੁੱਕੇ ਨੇ। ਘਰਾਂ ਵਿੱਚੋਂ ਪਾਣੀ ਤਕਰੀਬਨ ਨਿਕਲ ਗਿਆ ਹੈ। ਪਰ ਗੁਜਰਾਤ ਦੀ ਬਿਊਰੋਕ੍ਰੇਸੀ ਦਾ ਗੜ੍ਹ ਕਚਹਿਰੀ ਚੌਕ, ਜੇਲ੍ਹ ਚੌਕ ਹਾਲੀ ਵੀ ਪਾਣੀ ਵਿੱਚ ਡੁੱਬੇ ਹੋਏ ਨੇ। ਜ਼ਿਲ੍ਹਾ ਕਚਹਿਰੀ, ਸੈਸ਼ਨ ਕੋਰਟ, ਜ਼ਿਲ੍ਹਾ ਕੌਂਸਲ ਹਾਲ ਸਣੇ ਡਿਪਟੀ ਕਮਿਸ਼ਨਰ ਹਾਊਸ, DPO ਹਾਊਸ, ਕਮਿਸ਼ਨਰ ਦਫ਼ਤਰ ਪਾਣੀ ਵਿੱਚ ਡੁੱਬੇ ਵੇਖੇ ਜਾ ਸਕਦੇ ਨੇ, ਜਿੱਥੇ ਮੋਟਰਾਂ ਲਾ ਕੇ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ। ਗੁਜਰਾਤ ਦਾ ਕਾਰੋਬਾਰੀ ਇਲਾਕਾ ਕਚਹਿਰੀ ਰੋਡ, ਜਿੱਥੇ ਜੁੱਤੀ, ਕੱਪੜੇ ਦੇ ਦੁਨੀਆ ਜਹਾਨ ਦੇ ਵੱਡੇ ਬ੍ਰਾਂਡਾਂ ਦੇ ਵੱਡੇ ਕਰੋੜਾਂ ਰੁਪਈਆਂ ਦੇ ਸ਼ੋਰੂਮ ਸਲਾਬੀ ਪਾਣੀ ਨਾਲ ਬਰਬਾਦ ਹੋ ਗਏ। ਜੋ ਮਾਲ ਬਚਿਆ ਉਹ ਮਾਲ ਵੇਚਣ ਤੇ ਕਿਹਨੂੰ ਵੇਚਣ? ਇਸ ਸੜਕੇ ਪੈਣ ਨੂੰ ਕੋਈ ਵੀ ਰਾਜ਼ੀ ਨਹੀਂ। ਇਹਨਾਂ ਬ੍ਰਾਂਡਾਂ ਦਾ ਕੋਈ ਵੀ ਗਾਹਕ ਬਣਨ ਨੂੰ ਰਾਜ਼ੀ ਨਹੀਂ। ਇੱਕ ਹਫ਼ਤੇ ਬਾਅਦ ਵੀ ਵੱਡੇ ਬ੍ਰਾਂਡਾਂ ਵਾਲੇ ਕਚਹਿਰੀ ਰੋਡ ਤੋਂ ਪਾਣੀ ਨਹੀਂ ਲੈ ਸਕਿਆ। ਅਸਨ ਚੌਕ ਤੋਂ ਪੂਰਾ ਕਚਹਿਰੀ ਰੋਡ ਬਰਸਾਤੀ ਨਾਲੇ ਦਾ ਨਜ਼ਾਰਾ ਵਿਖਾ ਰਿਹਾ ਹੈ। ਜ਼ਹੂਰਲਾ ਸਟੇਡੀਅਮ, ਜਿੱਥੇ ਸਾਰੇ ਸ਼ਹਿਰ ਦਾ ਪਾਣੀ ਹਰ ਬਰਸਾਤ ਵਿੱਚ ਆਣ ਖਲੋਂਦਾ ਹੈ। ਇਹ ਸਟੇਡੀਅਮ ਕ੍ਰਿਕਟ ਮੈਚ ਖੇਡਣ ਲਈ ਬਣਾਇਆ ਗਿਆ ਸੀ, ਪਰ ਇੱਥੇ ਕ੍ਰਿਕਟ ਛੱਡ ਕੇ ਕੋਈ ਹੋਰ ਖੇਡ ਵੀ ਖੇਡਣ ਨਹੀਂ ਦਿੱਤੀ ਜਾਂਦੀ। ਐਸੇ ਸਟੇਡੀਅਮ ਨੂੰ ਜੇ ਖੂਹ ਦਾ ਦਰਜਾ ਦੇ ਕੇ ਵੱਡਾ ਸਾਰਾ ਖੂਹ ਕੱਢ ਦਿੱਤਾ ਜਾਵੇ ਤੇ ਗੁਜਰਾਤ ਸ਼ਹਿਰ ਵਿੱਚ ਤਾਂ ਕਿਆਮਤ ਪਾਣੀ ਨਾ ਖਲੋਵੇ, ਤੇ ਨਾਲ ਹੀ ਸਾਡੀ ਧਰਤੀ ਦਾ ਥੱਲੇ ਪਾਣੀ ਦਾ ਪੱਧਰ ਵੀ ਵੱਧ ਸਕਦਾ ਹੈ। ਸਟੇਡੀਅਮ ਦੇ ਦੁਆਲੇ ਦੀਆਂ ਹੱਟੀਆਂ ਵੀ ਪਾਣੀ ਵਿੱਚ ਡੁੱਬੀਆਂ ਹੋਈਆਂ ਨੇ। ਕਾਰੋਬਾਰ ਵਪਾਰ ਤੇ ਬੰਦ ਹੋਏ ਨੇ। ਹੱਟੀਆਂ ਦੇ ਅੰਦਰ ਕਰੋੜਾਂ ਦਾ ਸਮਾਨ ਵੱਖਰਾ ਬਰਬਾਦ ਹੋਇਆ ਹੈ। ਅਸਨ ਚੌਕ ਤੋਂ ਪਰਾਂ ਮੁਸਲਿਮ ਬਾਜ਼ਾਰ, ਸਰਕੂਲਰ ਰੋਡ, ਫੁਹਾਰਾ ਚੌਕ, GTS ਚੌਕ ਸਲਾਬੀ ਪਾਣੀ ਤੋਂ ਬਿਲਕੁਲ ਮੁਕਤ ਹੋ ਗਏ ਨੇ। ਗੁਜਰਾਤ ਦੀ ਇੰਤਜ਼ਾਮੀਆਂ ਅਸਿਸਟੈਂਟ ਕਮਿਸ਼ਨਰ ਦੀ ਨਿਗਰਾਨੀ ਹੇਠ GT ਰੋਡ ਉੱਤੇ ਦਿਨ ਰਾਤ ਇੱਕ ਕਰਕੇ ਵੱਡੇ ਨਾਲੇ ਸਾਫ਼ ਕਰਵਾ ਰਹੀ ਹੈ। ਨਾਲੇ ਸਾਫ਼ ਕਰਨ ਲਈ ਵੱਡੀਆਂ ਮਸ਼ੀਨਾਂ ਚੱਲ ਰਹੀਆਂ ਨੇ, ਜੋ ਨਾਲਿਆਂ ਵਿੱਚੋਂ ਵਰ੍ਹਿਆਂ ਦਾ ਫਸਿਆ ਹੋਇਆ ਗੰਦ ਕੱਢ ਕੇ ਤੇ ਠਿਕਾਣੇ ਲਾ ਰਹੀਆਂ ਨੇ। ਜਿੱਥੇ ਗੁਜਰਾਤ ਦੀ ਇੰਤਜ਼ਾਮੀਆ ਦਿਨ ਰਾਤ ਇੱਕ ਕੀਤਾ ਹੋਇਆ ਹੈ, ਉੱਥੇ ਸਮਾਜ ਸੇਵਕ ਤਨਜ਼ੀਮਾਂ ਵੀ ਸਲਾਬੀ ਪਾਣੀ ਵਿੱਚ ਫਸੀ ਹੋਈ ਆਵਾਮ ਦੀ ਸੇਵਾ ਕਰ ਰਹੀਆਂ ਨੇ। ਹੁਣ ਆਉਂਦੇ ਹਾਂ ਗੁਜਰਾਤ ਦੀ ਆਵਾਮ ਵੱਲ। ਗੁਜਰਾਤ ਦੀ ਆਵਾਮ ਕਿੰਨੀ ਕੁ ਸਫਾਈ ਪਸੰਦ ਤੇ ਸਾਫ਼ ਸੁਥਰੀ ਹੈ, ਇਸ ਵੀਡੀਓ ਵਿੱਚ ਵੇਖ ਹੀ ਰਹੇ ਹੋ। ਕਰਾਚੀ ਬਾਰੇ ਗੱਲ ਕੀਤੀ ਜਾਂਦੀ ਕਿ ਕਰਾਚੀ ਵਿੱਚ ਕਬਜ਼ਾ ਮਾਫੀਆ ਵਗਦੇ ਨਾਲਿਆਂ ਵਿੱਚ ਰਜ਼ਾਈਆਂ, ਕੰਬਲ ਸੁੱਟ ਕੇ ਨਾਲੇ ਬੰਦ ਕਰ ਦਿੰਦੇ ਨੇ, ਜਿਸ ਤੋਂ ਨਾਲੇ ਦਾ ਪਾਣੀ ਆਪਣਾ ਰੁਖ ਬਦਲ ਜਾਂਦਾ ਹੈ। ਕੁਝ ਚਿਰ ਬਾਅਦ ਉਸੇ ਨਾਲੇ ਜਿਸ ਵਿੱਚ ਰਜ਼ਾਈਆਂ, ਕੰਬਲ, ਸਰਾਣੇ ਸੁੱਟੇ ਹੁੰਦੇ ਨੇ, ਭਰਤੀ ਪਾ ਕੇ ਪਲਾਟ ਬਣਾ ਕੇ ਨਾਲਾ ਹੀ ਵੇਚ ਦਿੱਤਾ ਜਾਂਦਾ ਹੈ। ਪਰ ਗੁਜਰਾਤ ਵਿੱਚ ਰੇਤ ਦੀਆਂ ਭਰੀਆਂ ਬੋਰੀਆਂ ਨਾਲ ਨਾਲੇ ਬੰਦ ਕੀਤੇ ਗਏ। ਜੋ ਰੇਤ ਦੀਆਂ ਬੋਰੀਆਂ ਨਾਲਿਆਂ ਵਿੱਚੋਂ ਨਿਕਲ ਰਹੀਆਂ ਨੇ, ਉਹਨਾਂ ਦਾ ਕੀ ਮਕਸਦ ਹੋ ਸਕਦਾ ਹੈ? ਕਬਜ਼ਾ ਜਾਂ ਸਿਆਸੀ ਮੁਖਾਲਫਤ ਦੀ ਵਜ੍ਹਾ ਤੋਂ ਇੰਤਜ਼ਾਮੀਆਂ ਨੂੰ ਵਾਹਤ ਵਿੱਚ ਪਾਣਾ? ਇਸ ਗੱਲ ਦਾ ਜਵਾਬ ਚਾਹੀਦਾ ਹੈ ਆਵਾਮ ਕੋਲੋਂ ਵੀ ਤੇ ਸਰਕਾਰ ਕੋਲੋਂ ਵੀ।